ਬੱਚਿਓ ਅੱਜ ਦੇ ਇਸ ਬੀਏ ਸੈਕੰਡ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਬੀਏ ਫੋਰਥ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਾਲਾ ਜਿਹੜਾ ਅਸੀਂ ਕੁਐਸਚਨ ਕਰ ਰਹੇ ਸੀ ਉਹਨੂੰ ਅੱਗੇ ਵਧਾਵਾਂਗੇ। ਕੱਲ ਅਸੀਂ ਇਹਦੇ ਕਾਰਜਕ੍ਰਮ ਅਤੇ ਨੀਤੀਆਂ ਡਿਸਕਸ ਕੀਤੀਆਂ ਸੀ। ਉਹਦੇ ਵਿੱਚੋਂ ਕੁਝ ਸਾਡੇ ਪੁਆਇੰਟ ਜਿਹੜੇ ਸੀਗੇ ਉਹ ਰਹਿ ਗਏ ਸੀ, ਉਹ ਡਿਸਕਸ ਕਰਾਂਗੇ ਆਪਾਂ। ਦੂਸਰੀ ਗੱਲ, ਅਸੀਂ ਜਿਹੜਾ ਹੈਗਾ ਇਹਦੇ ਨਾਲ ਸੰਬੰਧਿਤ ਜਿਹੜਾ ਹੋਰ ਵੀ ਜਿਹੜੀਆਂ ਆਯਾਮ ਹੈਗੇ ਆ ਇਸ ਪਾਰਟੀ ਦੇ, ਉਹਦੇ ਉੱਤੇ ਜਿਹੜੀ ਹੈ ਡੂੰਘੀ ਚਰਚਾ ਜਿਹੜੀ ਹੈ ਆਪਾਂ ਕਰਾਂਗੇ। ਸੋ ਅੱਜ ਦਾ ਲੈਕਚਰ ਜਿਹੜਾ ਹੈ ਇਹ ਇਸ ਪਾਰਟੀ ਨੂੰ ਲੈ ਕੇ ਜਿਹੜਾ ਹੈਗਾ ਲਾਸਟ ਲੈਕਚਰ ਹੈਗਾ ਸਾਡਾ ਅੱਜ ਦਾ ਲੈਕਚਰ ਜਿਹੜਾ ਹੈ। ਸੋ ਅੱਜ ਦਾ ਲੈਕਚਰ ਜਿਹੜਾ ਹੈ ਬੱਚਿਓ ਤੁਸੀਂ ਬੜੇ ਜਿਹੜਾ ਹੈਗਾ ਧਿਆਨਪੂਰਵਕ ਇਹਨੂੰ ਸੁਣੀਓ। ਮੈਨੂੰ ਕੱਲ ਵੀ ਬੜੀ ਨਿਰਾਸ਼ਾ ਹੋਈ ਤੁਹਾਡੀ ਕਲਾਸ ਦੇ ਨਾਲ, ਜਦੋਂ ਤੁਸੀਂ ਆਪਣਾ ਲੈਕਚਰ ਜਿਹੜੇ ਬੱਚਿਆਂ ਨੇ ਲਾਈਵ ਕਲਾਸ ਕੱਲ ਨਹੀਂ ਅਟੈਂਡ ਕੀਤੀ ਸੀ, ਉਹਨਾਂ ਨੇ ਕੱਲ ਜਿਹੜਾ ਸੀਗਾ ਆਪਣਾ ਲੈਕਚਰ ਜਿਹੜਾ ਸੀਗਾ ਉਹ ਪੋਸਟ ਮਤਲਬ ਆਪਣੇ ਲੈਕਚਰ ਜਿਹੜਾ ਹੈ ਕਈਆਂ ਨੇ ਦੇਖਿਆ ਕਈਆਂ ਨੇ ਨਹੀਂ ਦੇਖਿਆ। ਇਸ ਤਰ੍ਹਾਂ ਨਾ ਕਰਿਆ ਕਰੋ। ਇਹ ਮਤਲਬ ਕਿ ਐਜ਼ ਅ ਟੀਚਰ ਜਿਹੜਾ ਹੈ ਮੇਰੀ ਇਨਸਲਟ ਹੈ, ਮੈਨੂੰ ਇਨਸਲਟ ਫੀਲ ਹੁੰਦੀ ਹੈ ਕਿ ਸ਼ਾਇਦ ਮੈਂ ਠੀਕ ਹੀ ਪੜ੍ਹਾ ਰਿਹਾ ਜਾਂ ਸ਼ਾਇਦ ਤੁਹਾਨੂੰ ਪੜ੍ਹਨ ਦੇ ਵਿੱਚ ਜਿਹੜਾ ਹੈਗਾ ਇੰਟਰਸਟ ਨਹੀਂ ਹੈਗਾ। ਕੁਝ ਬੱਚੇ ਜਿਹੜਾ ਹੈਗਾ ਕਲਾਸ ਦਾ ਮਾਹੌਲ ਜਿਹੜਾ ਹੈਗਾ ਉਹਨੂੰ ਵੀ ਜਿਹੜਾ ਹੈਗਾ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਆ। ਸੋ ਕਾਈਂਡਲੀ ਇੱਦਾਂ ਨਾ ਕਰੋ। ਜਿਹੜੀਆਂ ਹੁਣ ਜੋ ਅਵਸਥਾਵਾਂ ਹੈਗੀਆਂ ਕੋਵਿਡ ਦੇ ਵਿੱਚ ਉਹਦੇ ਅਨੁਸਾਰ ਤੁਹਾਡੀਆਂ ਕਲਾਸਾਂ ਜਿਹੜੀਆਂ ਅਸੀਂ ਵੀ ਘਰਾਂ 'ਚ ਬੈਠੇ ਹੁੰਦੇ ਹਾਂ, ਅਸੀਂ ਵੀ ਘਰਾਂ 'ਚ ਬਹਿ ਕੇ ਜਿਹੜੀਆਂ ਕਲਾਸਾਂ ਜਿਹੜੀਆਂ ਹੈਗੀਆਂ ਉਹ ਲਗਾ ਰਹੇ ਹਾਂ। ਤੇ ਮੈਨੂੰ ਨਹੀਂ ਸਮਝ ਲੱਗਦੀ ਕਿ ਤੁਹਾਨੂੰ ਵੀ ਪ੍ਰੋਬਲਮ ਹੈਗੀ ਹੈ ਕਲਾਸਾਂ ਲਾਉਣ ਦੇ ਵਿੱਚ। ਕੁਝ ਮਤਲਬ ਕਿ ਮੈਂ ਤਾਂ ਤੁਹਾਨੂੰ ਰੋਜ਼ ਕਲਾਸ ਲਾਉਣ ਨੂੰ ਵੀ ਨਹੀਂ ਰੈਗੂਲਰ ਕਹਿ ਰਿਹਾ, ਮੈਂ ਤੁਹਾਨੂੰ ਵੀਡੀਓਜ਼ ਜਿਹੜੇ ਹੈਗੇ ਆ ਬਹੁਤ ਰਿਕਾਰਡਡ ਵੀਡੀਓਜ਼ ਪਾ ਰਹੇ ਤਾਂ ਕਿ ਤੁਸੀਂ ਜਿਹੜਾ ਹੈਗਾ ਸੁਣ ਲਓ। ਔਰ ਤੁਸੀਂ ਸੁਣ ਕੇ ਜਿਹੜਾ ਹੈਗਾ YouTube ਤੇ ਨਾ ਉਹਨੂੰ ਲਾਈਕ ਕਰ ਦਿਓ, ਨਾ ਆਪਣੇ ਉਹਦੇ ਰਿਗਾਰਡਿੰਗ ਨਿਊਜ਼ ਸ਼ੇਅਰ ਕਰ ਦਿਓ, ਤੇ ਵੀਡੀਓ ਪਾਉਣ ਦਾ ਕੋਈ ਪਰਪਸ ਹੀ ਨਹੀਂ ਹੈ। ਠੀਕ ਹੈ ਨਾ। ਜੇ ਤੁਸੀਂ ਨਹੀਂ ਇੰਟਰਸਟਿਡ ਹੈਗੇ, ਮੈਨੂੰ ਬੜੇ ਜਿਹੜਾ ਹੈਗਾ ਦੁੱਖ ਦੇ ਨਾਲ ਜਿਹੜਾ ਹੈ ਇਸ ਚੀਜ਼ ਦੀ ਜਿਹੜੀ ਹੈਗੀ ਹੈ ਅਭਿਵਿਅਕਤੀ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈਗੀ ਹੈ ਉਹ ਕਰਨੀ ਪੈ ਰਹੀ ਹੈ। ਹੁਣ ਅਸੀਂ ਆਪਣੇ ਜਿਹੜਾ ਕੁਐਸਚਨ ਆਪਾਂ ਕਰ ਰਹੇ ਹਾਂ ਉਹਦੇ ਵੱਲ ਵਧਾਂਗੇ। ਹੁਣ ਇਹਦੇ ਵਿੱਚ ਜਿਹੜੇ ਪੁਆਇੰਟ ਅਸੀਂ ਡਿਸਕਸ ਨਹੀਂ ਕੀਤੇ ਸੀਗੇ, ਉਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਨਾ ਹੈ ਕਿ ਸਿੱਖਿਆ ਬਾਰੇ ਜਿਹੜਾ ਹੈ ਇਹ ਪਾਰਟੀ ਕੀ ਕਹਿੰਦੀ ਹੈ। ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ, ਸਿੱਖਿਆ ਬਾਰੇ ਇਸ ਪਾਰਟੀ ਦਾ ਮੰਨਣਾ ਹੈ ਕਿ ਕੋਈ ਵੀ ਅਗਰ ਸਰਕਾਰ ਹੈ ਜਿਹੜੀ ਕੇਂਦਰ 'ਚ ਬੈਠੀ ਹੈ, ਉਹਨੂੰ 6% ਆਪਣੇ ਸਾਲਾਨਾ ਬਜਟ ਦੇ ਜਿਹੜੇ ਪੈਸੇ ਹੈ ਉਹ ਸਿੱਖਿਆ ਵਾਸਤੇ ਜਿਹੜਾ ਹੈਗਾ ਰੱਖਣੇ ਚਾਹੀਦੇ। ਇਸੇ ਤਰ੍ਹਾਂ ਅਗਰ ਆਪਾਂ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਦੇ ਮਾਮਲੇ ਦੇ ਵਿੱਚ ਇਹ ਪਾਰਟੀ ਜਿਹੜੀ ਹੈ ਇਸ ਗੱਲ ਦੀ ਤਕਸੀਦ ਕਰਦੀ ਹੈ, ਇਸ ਗੱਲ ਨੂੰ ਮੰਨਦੀ ਹੈ ਕਿ ਬਜਟ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਗਾ ਭਾਰਤ ਦੇ ਵਿੱਚ ਉਹ ਸੁਧਰਨਾ ਚਾਹੀਦਾ। ਹੈਲਥ ਇਨਫਰਾਸਟ੍ਰਕਚਰ ਦੇ ਵਿੱਚ ਰੈਡੀਕਲ ਚੇਂਜ ਆਉਣਾ ਚਾਹੀਦਾ ਹੈ। ਹੈਲਥ ਇਨਫਰਾਸਟ੍ਰਕਚਰ ਦੇ ਵਿੱਚ ਸਾਨੂੰ ਕੁਝ ਪ੍ਰਯੋਗਾਤਮਕ ਜਿਹੜੇ ਹੈ ਜਿਹੜਾ ਆਪਣੇ ਕੁਝ ਪ੍ਰਯੋਗਾਤਮਕ ਜਿਹੜੀਆਂ ਜਿਹੜੀਆਂ ਅਵਸਥਾਵਾਂ ਹੈ ਜਾਂ ਵਿਵਸਥਾਵਾਂ ਨੂੰ ਸਾਨੂੰ ਜਿਹੜਾ ਲਾਗੂ ਕਰਨਾ ਚਾਹੀਦਾ ਹੈ। ਸੋ ਇਹਦੇ ਵਿੱਚ ਇਹ ਕਹਿੰਦੇ ਆ ਕਿ ਸਿੱਖਿਆ ਦੇ ਇਨਫਰਾਸਟ੍ਰਕਚਰ ਸੁਧਾਰਨ ਵਾਸਤੇ ਹਰ ਚੀਜ਼ ਦਾ ਅਗਰ ਅਸੀਂ ਇਨਫਰਾਸਟ੍ਰਕਚਰ ਸੁਧਾਰਨਾ ਹੈ ਤਾਂ ਉਸ ਇਨਫਰਾਸਟ੍ਰਕਚਰ ਨੂੰ ਸੁਧਾਰਨ ਵਾਸਤੇ ਸਾਨੂੰ ਪੈਸੇ ਦੀ ਲੋੜ ਹੈ। ਸੋ ਇਹ ਪਾਰਟੀ ਇਹ ਮੰਨਦੀ ਹੈ ਕਿ ਅਗਰ ਕੋਈ ਵੀ ਕੇਂਦਰ ਦੀ ਸਰਕਾਰ ਹੈ ਉਹਨੂੰ ਦੋ ਚੀਜ਼ਾਂ ਉੱਤੇ ਮੁੱਖ ਤੌਰ ਤੇ ਆਪਣੀ ਨੀਤੀ ਅਤੇ ਕਾਰਜਕ੍ਰਮ ਦੇ ਵਿੱਚ ਪੂਰੀਆਂ ਵਿਵਸਥਾਵਾਂ ਕਰਨੀਆਂ ਚਾਹੀਦੀਆਂ। ਇੱਕ ਸਿੱਖਿਆ ਉੱਤੇ ਪੈਸਾ ਜ਼ਿਆਦਾ ਖਰਚ ਹੋਣਾ ਚਾਹੀਦਾ ਔਰ ਇੱਕ ਜਿਹੜਾ ਹੈਲਥ ਫੈਸਿਲਿਟੀਜ਼ ਹੈ ਉਹਦੇ ਉੱਤੇ ਪੈਸਾ ਜ਼ਿਆਦਾ ਖਰਚ ਹੋਣਾ ਚਾਹੀਦਾ। 5% ਜਿਹੜਾ ਹੈ ਟੋਟਲ GDP ਦਾ ਜਿਹੜਾ ਹੈ ਬਜਟ ਜਿਹੜਾ ਹੈ ਇਹਦੇ ਤੇ ਖਰਚ ਹੋਣਾ ਚਾਹੀਦਾ ਹੈ। ਫਿਰ ਵਿਗਿਆਨ ਅਤੇ ਤਕਨੀਕੀ ਦੇ ਮਾਮਲੇ ਵਿੱਚ ਇਹ ਪਾਰਟੀ ਮੰਨਦੀ ਹੈ ਕਿ ਸਾਇੰਸ ਐਂਡ ਟੈਕਨੋਲੋਜੀ ਤੋਂ ਬਗੈਰ ਕੋਈ ਵੀ ਦੇਸ਼ ਜਿਹੜਾ ਹੈਗਾ ਤਰੱਕੀ ਨਹੀਂ ਕਰ ਸਕਦਾ, ਕੋਈ ਦੇਸ਼ ਜਿਹੜਾ ਹੈ ਵਿਕਾਸ ਨਹੀਂ ਕਰ ਸਕਦਾ। ਸੋ
इस उपराले या इस मंतव ਨੂੰ पूरा करने वास्ते ਜਿਹੜਾ जीडीपी का 2% हिस्सा खर्च किया जाना चाहिए है, ਇਹਦੇ ਉੱਤੇ विज्ञान और तकनीकी उत्ते खर्च होना चाहिए। नैक्सट पॉइंट जो आप डिस्कस करना है वो है कि इंस्टीट्यूशनल रिफॉर्म्स की गल करते संस्थावां विच नूं रिफॉर्म करन की गल करते भी मैं कल तुहानूं दस्सिआ मैं दोबारा रिपीट इस करके कर रहा कि कल विच जिहड़ा हैगा लैक्चर थोड़ी देर लई जिहड़ा है दोबारा सानूं जिहड़ा सीगा ओनूं लॉगिन जिहड़ा सीगा करना पिया सीगा। हुण इहदे विच जिहड़ी ये पार्टी मंनती है कि सीबीआई जिहड़ी है सेंट्रल ब्यूरो ऑफ इन्वेस्टिगेशन वो केंद्र सरकार की कठपुतली बन के रहे। सो केंद्र सरकार की कठपुतली बन के रह गई है जिहड़ी सीबीआई है उहदे विच जिहड़ा है संस्था के तौर पर उत्ते रिफॉर्म्स होनी चाहिए है। सीबीआई नूं हर केस नूं जिहड़ा है मैरिट के आधार उत्ते जिहड़ा है सुलझाउण की जिहड़ी है कोशिश जिहड़ी हैगी है करनी चाहिए। ठीक है जी। और दूसरी जिहड़ी इंपॉर्टेंट गल है एक सीबीसी नाम की संस्था हैगी है साडे देश के विच जिहनूं आपां सेंट्रल विजिलेंस कमीशन कहते हैं। सो सेंट्रल विजिलेंस कमीशन दे विच भी संस्था के रूप के जिहड़े है रिफॉर्म्स होने चाहिए। जिद्दां फॉर एग्जाम्पल जिहड़े सीबीआई का डायरैक्टर हुंदा है या जिहड़ा सीबीसी का डायरैक्टर हुंदा है उसकी अपॉइंटमेंट जिहड़ी है केंद्र सरकार द्वारा की जाती है। और सीबीआई के डायरैक्टर की अपॉइंटमेंट के विच जिहड़ा लोक सभा के विच विरोधी धिर का नेता हुंदा उसकी सलाह भी लै जाती है। दोनों संस्थावां की जो डायरैक्टर की जिहड़ी नियुक्ति हुंदी है उसदे विच जिहड़ी हैगी है सलाह जिहड़ी हैगी है वो लई जाती है। सो इन्हां दी अपॉइंटमेंट्स दे विच पारदर्शिता होनी चाहिए। इन्हियां अपॉइंटमेंट्स के विच पारदर्शिता होने का अर्थ यह है कि जिहड़ा भी व्यक्ति डायरैक्टर की नियुक्ति के लायक है या जिहदी सीनियोरिटी बनती है उन्होंने जिहड़ा है सीबीआई के डायरैक्टर के रूप के विच लगाना चाहिए और वो जिहड़ा व्यक्ति है वो पारदर्शी तरीके के नाल जिहड़ा उसनूं काम नूं जिहड़ा हैगा अंजाम जिहड़ा देवे। राष्ट्रीय मुखी अधिकार कमीशन वर्गियां संस्थावां की स्वतंत्रता और निरपक्षता को कायम रखने के हक में है। बाकी इस तो अलावा जो संस्थावां हैं वो जी फ्री एंड फेयरली जो है काम कर सरकार के प्रेशर के अधीन किसी भी संस्था को काम करने दे नहीं दिता जाना चाहिए। इस फेवर ये पार्टी हैगी है। फिर भ्रष्टाचार के खात्मे की जवाबदारी में वाधा ये पार्टी भ्रष्टाचार उत्ते सख्त है। देश विच भ्रष्टाचार के खात्मे लई अधिकारां की जवाबदेही विच वाधा करन लई पार्टी विशेष उपाय करन दा वादा करती है। जिवें भ्रष्टाचार की रोकथाम लई लोकपाल नाम की संस्था नूं जिहड़ा हैगा मजबूत किया जाना चाहिए है। अगर असी जिहड़ा अगर असी करप्शन नूं फाइट करना है और जिहड़े साडियां संस्थावां हैगियां जिद्दां अगर असी प्रधानमंत्री की गल करिए राष्ट्रपति की गल करिए अगर होर कोई वड्डे अहुदे ते बैठे बंदे की गल करिए ये सारे व्यक्तियां दी जिहड़ी अगर कोई भी व्यक्ति भ्रष्टाचार दे विच लिप्त है या भ्रष्टाचार करता है या भ्रष्टाचारियों का साथ दिंदा है तो उन्होंने जिहड़ा है जो बनदा प्रोसीजर है उसके अनुसार उन्होंने उत्ते कार्रवाई करके उन्होंने सजा दी जाने ये पार्टी हैगी है। अच्छा इहदे लई जिहड़ी केंद्र सरकार है उन्हें लोकपाल अधिनियम च सोध करन दे फेवर ते पार्टी जांच एजेंसियां नूं वधेरे समर्थ बनाउण दे फेवर दे विच हैगी है। ये जिहड़ी पार्टी सूचना के अधिकार अधिनियम नूं मजबूत करना अधिकारिक भेद अधिनियम की दुरवरतों को रोकना ये सारिया व्यवस्थावां इन्हां संस्थावां दे विच पारदर्शिता वधाउण
ਦੇ ਰੂਪ ਦੇ ਵਿੱਚ ਜਿਹੜਾ ਹੈ ਪਾਰਟੀ ਉਸਦਾ ਜਿਹੜਾ ਹੈ ਸਮਰਥਨ ਦਿੰਦਾ ਹੈ। ਅੱਛਾ, ਇੱਕ ਪੁਆਇੰਟ ਆਪਣਾ ਜਿਹੜਾ ਇੰਪੋਰਟੈਂਟ ਰਹਿ ਗਿਆ ਸੀ ਕੱਲ, ਉਹ ਸੀਗਾ ਹੋਰ ਨੀਤੀਆਂ ਤੇ ਕਾਰਜਕ੍ਰਮ। ਇਹਦਾ ਇਹਦੀਆਂ ਮੁੱਖ ਜਿਹੜੀਆਂ ਮੁੱਖ ਜਾਂ ਪ੍ਰਮੁੱਖ ਨੀਤੀਆਂ ਤੇ ਕਾਰਜਕ੍ਰਮ ਹੁੰਦੇ ਨੇ, ਇਹਦੇ ਵਿੱਚ ਜਿੱਦਾਂ ਕੰਮ ਕਰਨ ਦੇ ਅਧਿਕਾਰ ਨੂੰ ਸੰਵਿਧਾਨਿਕ ਦਰਜਾ ਪ੍ਰਾਪਤ ਕਰਨਾ ਕਰਾਉਣਾ ਅਤੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ। ਹੁਣ ਜਿਹੜੇ ਯੂਥ ਨੂੰ ਨੌਕਰੀ ਨਹੀਂ ਮਿਲਦੀ, ਜਦ ਤੱਕ ਉਸ ਵਿਅਕਤੀ ਨੂੰ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਉਹਨੂੰ ਜਿਹੜਾ ਹੈ ਭੱਤਾ ਜਿਹੜਾ ਹੈਗਾ ਉਹ ਦਿੱਤਾ ਜਾਏ। ਠੀਕ ਹੈ। ਫਿਰ ਭਰਤੀ ਡੰਡਾ ਵਾਲੀ ਕੋਡ ਵਿੱਚ ਸੋਧ ਕਰਕੇ ਮੌਤ ਦੀ ਸਜ਼ਾ ਦਾ ਖਾਤਮਾ ਕਰਨਾ। ਮਤਲਬ ਇਹ ਪਾਰਟੀ ਕਹਿੰਦੀ ਹੈ ਕਿ ਕਿਸੇ ਵੀ ਵਿਅਕਤੀ ਨੇ ਅਗਰ ਵੱਡਾ ਤੋਂ ਵੱਡਾ ਗੁਨਾਹ ਕੀਤਾ, ਉਹਨੂੰ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਫਾਂਸੀ ਦੀ ਸਜ਼ਾ ਨੂੰ ਜਿਹੜਾ ਹੈਗਾ ਖਤਮ ਕਰ ਦਿੱਤਾ ਜਾਣਾ ਚਾਹੀਦਾ। ਇਹਦੇ ਲਈ ਇੰਡੀਅਨ ਜਿਹੜਾ ਪੀਨਲ ਕੋਡ ਹੈ ਉਹਦੇ ਵਿੱਚ ਜਿਹੜਾ ਹੈ ਸੋਧ ਕਰਨ ਦੀ ਜ਼ਰੂਰਤ ਹੈ। ਫਿਰ ਤੀਸਰੀ ਹੈ ਯੋਜਨਾ ਆਯੋਗ ਦੀ ਮੁੜ ਤੋਂ ਸਥਾਪਨਾ। ਹੁਣ ਜਿਹੜੇ ਖੱਬੇ ਪੱਖੀ ਪਾਰਟੀਆਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਪਹਿਲਾਂ ਵੀ ਜਿਹੜਾ ਹੈ ਪਲੈਨਿੰਗ ਕਮਿਸ਼ਨ ਜਿਹੜਾ ਬਣਿਆ ਸੀ, ਯੋਜਨਾ ਆਯੋਗ ਬਣਿਆ ਸੀਗਾ, ਉਹਨੂੰ ਖਤਮ ਕਰਨ ਦੇ ਫੇਵਰ 'ਚ ਨਹੀਂ ਸੀ। ਜਦੋਂ ਮੋਦੀ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਸਹੁੰ ਲਈ, ਤਾਂ ਉਸ ਤੋਂ ਬਾਅਦ 2015 ਦੇ ਵਿੱਚ ਜਿਹੜਾ ਨੀਤੀ ਆਯੋਗ ਹੈ ਉਹਦਾ ਗਠਨ ਕੀਤਾ ਗਿਆ ਸੀ। ਉਦੋਂ ਵੀ ਇਹਨਾਂ ਪਾਰਟੀਆਂ ਨੇ ਜਿਹੜਾ ਸੀਗਾ ਇਹਦਾ ਵਿਰੋਧ ਕੀਤਾ ਸੀ। ਇਹਨਾਂ ਪਾਰਟੀਆਂ ਨੇ ਇਹਦਾ ਸਮਰਥਨ ਨਹੀਂ ਕੀਤਾ ਸੀ। ਕਾਂਗਰਸ ਸਮੇਤ ਜਿਹੜੇ ਖੱਬੇ ਪੱਖੀ ਪਾਰਟੀਆਂ ਸੀ ਜਾਂ ਹੋਰ ਓਪੋਜੀਸ਼ਨ ਜਿਹੜੀਆਂ ਪਾਰਟੀਆਂ ਸੀ, ਉਹਨੇ ਨੀਤੀ ਆਯੋਗ ਬਣਾਉਣ ਦਾ ਸਮਰਥਨ ਨਹੀਂ ਕੀਤਾ ਸੀ। ਪਰ ਇਹ ਲੋਕ ਇਹ ਮੰਨਦੇ ਸੀ ਕਿ ਪਲੈਨਿੰਗ ਕਮਿਸ਼ਨ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਸਟਰੋਂਗ ਕੀਤਾ ਜਾਣਾ ਚਾਹੀਦਾ। ਉਹਦੇ ਵਿੱਚ ਜਿਹੜੀਆਂ ਕਮੀਆਂ ਹੈ ਉਹਨੂੰ ਦੂਰ ਕਰਨਾ ਚਾਹੀਦਾ। ਪਲੈਨਿੰਗ ਕਮਿਸ਼ਨ ਨੂੰ ਖਤਮ ਕਰਨ ਦੇ ਫੇਵਰ ਦੇ ਵਿੱਚ ਕਦੇ ਵੀ ਇਹ ਪਾਰਟੀ ਨਹੀਂ ਸੀ। ਇਸ ਕਰਕੇ ਇੱਕ ਪਲੈਨਿੰਗ ਕਮਿਸ਼ਨ ਜਿਹੜਾ ਹੈ ਮੁੜ ਤੋਂ ਬਹਾਲ ਕਰਨ ਦੇ ਫੇਵਰ ਦੇ ਵਿੱਚ। ਫਿਰ ਉਸ ਤੋਂ ਬਾਅਦ ਜਿਹੜਾ ਚੌਥਾ ਪੁਆਇੰਟ ਹੈ ਇਸ ਦੇ ਵਿੱਚ ਵੱਡੀ ਸਥਿਰਤਾ, ਵਿੱਤੀ ਸਥਿਰਤਾ ਨੂੰ ਬਣਾਏ ਰੱਖਣ ਲਈ ਵਿੱਤੀ ਸੁਧਾਰ ਕਰਨਾ। ਸੋ ਫਾਈਨੈਂਸ਼ੀਅਲ ਰਿਫਾਰਮ ਦੇ ਫੇਵਰ ਦੇ ਵਿੱਚ ਹੈ। ਹੁਣ ਫਾਈਨੈਂਸ਼ੀਅਲ ਰਿਫਾਰਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਅਗਰ ਅਸੀਂ ਕੇਂਦਰ ਅਤੇ ਸਰਕਾਰ ਦੇ ਸੰਬੰਧ ਵਿੱਚ ਵਿੱਤੀ ਸ਼ਕਤੀਆਂ ਦਾ ਵਿਤਰਨ ਦੇਖੀਏ ਜਾਂ ਆਮਦਨੀ ਸਰੋਤਾਂ ਦਾ ਵਿਤਰਨ ਦੇਖੀਏ, ਉਹ ਬਰਾਬਰ ਦਾ ਨਹੀਂ ਹੈ। ਮਤਲਬ ਆਮਦਨੀ ਦੇ ਆਧਾਰ ਉੱਤੇ ਵੀ ਕੇਂਦਰ ਸਰਕਾਰ ਜ਼ਿਆਦਾ ਮਜ਼ਬੂਤ ਹੈ ਤੇ ਰਾਜ ਸਰਕਾਰ ਫਾਈਨੈਂਸ਼ੀਅਲੀ ਜਿਹੜੀਆਂ ਹੈਗੀਆਂ ਕਾਫੀ ਕਮਜ਼ੋਰ ਹੈ। ਉਹਨਾਂ ਨੂੰ ਹਰ ਚੀਜ਼ ਵਾਸਤੇ, ਹਰ ਪੈਸੇ ਵਾਸਤੇ ਜਿਹੜਾ ਹੈ ਕੇਂਦਰ ਸਰਕਾਰ ਉੱਤੇ ਨਿਰਭਰ ਕਰਨਾ ਪੈਂਦਾ। ਸਮੇਂ ਉੱਤੇ ਵਿੱਤੀ ਕਮਿਸ਼ਨ ਨੇ ਜਿਹੜਾ ਹੈ ਰਾਜ ਸਰਕਾਰ ਜਿਹੜੇ ਹੈਗੀਆਂ ਉਹਨਾਂ ਦੇ ਦਾ ਜਿਹੜਾ ਹਿੱਸਾ ਹੈ, ਸ਼ੇਅਰ ਹੈ, ਇਨਕਮ ਦਾ ਸ਼ੇਅਰ ਹੈ, ਜਿਹੜੇ ਕੇਂਦਰ ਦੀ ਔਰ ਰਾਜਾਂ ਦੀ ਇਨਕਮ ਹੈ, ਉਹਦੇ ਵਿੱਚ ਰਾਜਾਂ ਦੇ ਸ਼ੇਅਰ ਦੇ ਵਿੱਚ ਇਹ ਸਰਕਾਰ ਨੇ ਵਾਧਾ ਕੀਤਾ। ਪਹਿਲੇ 32% ਸ਼ੇਅਰ ਜਿਹੜਾ ਹੈ ਰਾਜਾਂ ਨੂੰ ਦਿੱਤਾ ਜਾਂਦਾ ਸੀਗਾ, ਹੁਣ 42% ਜਿਹੜਾ ਸ਼ੇਅਰ ਹੈ ਉਹ ਰਾਜਾਂ ਨੂੰ ਦਿੱਤਾ ਜਾਂਦਾ। ਪਰ ਹੱਲੇ ਵੀ ਜਿਹੜਾ ਹੈ ਕਾਫੀ ਇੰਡੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਾਫੀ ਵਿੱਤੀ ਸੁਧਾਰਾਂ ਦੀ ਲੋੜ ਹੈ। ਸੋ ਇਹ ਪਾਰਟੀ ਉਸਦਾ ਸਮਰਥਨ ਜਿਹੜਾ ਹੈ ਉਹ ਕਰਦੀ ਹੈ। ਉਸ ਤੋਂ ਬਾਅਦ ਅਗਲਾ ਭੂਮੀ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨਾ। ਮੀਡੀਅਮ ਸਕੇਲ, ਇੱਕ ਤਾਂ ਬਿਗ ਇੰਡਸਟਰੀਜ਼ ਹੋ ਗਈਆਂ, ਮੀਡੀਅਮ ਸਕੇਲ ਇੰਡਸਟਰੀਜ਼ ਹੁੰਦੀਆਂ, ਫਿਰ ਉਸ ਤੋਂ ਬਾਅਦ ਸਮਾਲ ਇੰਡਸਟਰੀਜ਼ ਹੁੰਦੀਆਂ। ਕੁਟੀਰ ਉਦਯੋਗ ਆ ਜਾਂਦੇ, ਮੀਡੀਅਮ ਸਕੇਲ ਆ ਜਾਂਦੇ, ਜਿਨ੍ਹਾਂ ਦੇ ਵਿੱਚ ਜਿਹੜੀ ਆ ਲਾਗਤ ਘੱਟ ਹੁੰਦੀ ਹੈ ਤੇ ਮਤਲਬ ਰੋਜ਼ਮर्रा ਦਾ ਸਮਾਨ ਬਣਦਾ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ। ਸੋ ਮੀਡੀਅਮ ਸਕੇਲ ਸੈਕਟਰ ਨੂੰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਮਤਲਬ ਉੱਪਰ ਚੱਕਣ ਜਾਂ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣ ਦੇ ਫੇਵਰ ਦੇ ਵਿੱਚ ਹੈ। ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗ ਇਹ ਹੋ ਗਏ। ਪੂਰਬੀ ਸੁਧਾਰਾਂ ਨੂੰ ਲਾਗੂ ਕਰਨ ਲਈ ਤੁਰੰਤ ਵਿਆਪਕ ਕਦਮ। ਇੰਡੀਆ ਭਾਰਤ ਜਦੋਂ ਆਜ਼ਾਦ ਹੋਇਆ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਭੂਮੀ ਦੇ ਖੇਤਰ ਵਿੱਚ ਅਗਰ ਅਸੀਂ ਦੇਖੀਏ ਕਾਫੀ ਤਰ੍ਹਾਂ ਦੇ ਭੂਮੀ ਸੁਧਾਰ ਕੀਤੇ ਗਏ, ਪਰ ਹੱਲੇ ਵੀ ਅਪਰੋਪਰੀਏਟ ਨਹੀਂ ਹੈ। ਸੋ ਇਹ ਪਾਰਟੀ ਮੰਨਦੀ ਹੈ ਕਿ ਜਿੱਥੇ ਜਿੱਥੇ ਲੋੜ ਹੈ ਭੂਮੀ ਦੇ ਸੰਬੰਧ ਵਿੱਚ ਸੁਧਾਰ ਕਰਨ ਲਈ ਉੱਥੇ ਇਹ ਸੁਧਾਰ ਜਿਹੜੇ ਚਾਹੀਦੇ ਹਨ। ਫਿਰ ਅਗਲਾ ਹੈਗਾ ਜੀ ਦੇਸ਼ ਵਿੱਚ
ਮੁਦਰਾਸਫੀਤੀ ਨੂੰ ਨਿਯੰਤਰਣ ਕਰਨ ਅਤੇ ਜ਼ਰੂਰੀ ਵਸਤੂਆਂ ਦੀ ਕੀਮਤਾਂ ਨੂੰ ਨਿਰਧਾਰਤ ਕਰੋ। ਜਿਹੜੀ ਦਿਨੋਂ ਦਿਨ ਭਾਰਤ ਦੇ ਵਿੱਚ ਮਹਿੰਗਾਈ ਵਧਦੀ ਜਾ ਰਹੀ ਹੈ, ਮਹਿੰਗਾਈ ਨੂੰ ਰੋਕਣ ਵਾਸਤੇ ਜਿਹੜੀ ਕੇਂਦਰ ਸਰਕਾਰ ਹੈ ਔਰ ਰਾਜ ਸਰਕਾਰਾਂ ਨੂੰ ਮਿਲ ਕੇ ਇੱਕ ਸਥਿਰ ਨੀਤੀ ਬਣਾਉਣੀ ਚਾਹੀਦੀ ਹੈ, ਜਿਹਦੇ ਆਧਾਰ ਤੇ ਜਿਹੜਾ ਹੈ ਜਦੋਂ ਵੀ ਪ੍ਰਾਈਸਿਸ ਵੱਧਦੀਆਂ ਹੈ ਉਦੋਂ ਉਹਨਾਂ ਨੂੰ ਚੈੱਕ ਕੀਤਾ ਜਾਵੇ, ਉਦੋਂ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਚੈੱਕ ਰੱਖਿਆ ਜਾਵੇ ਔਰ ਜਿਹੜਾ ਜ਼ਿਆਦਾ ਪ੍ਰਾਈਸਿਸ ਨੂੰ ਵਧਣ ਨਾ ਦਿੱਤਾ ਜਾਵੇ। ਜ਼ਰੂਰੀ ਕੀਮਤ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਅੱਜ ਦੀ ਡੇਟ 'ਚ ਦੇਖੀਏ ਪੈਟਰੋਲ ਦਾ ਰੇਟ 100 ਰੁਪਏ ਤੋਂ ਉੱਪਰ ਹੈ। ਅਗਰ ਹੋਰ ਜ਼ਰੂਰੀ ਵਸਤੂਆਂ ਦੇਖੀਏ, ਜਦੋਂ ਤੇਲ ਵੱਧਦਾ ਹੈ ਤੇਲ ਦੇ ਨਾਲ ਜਿਹੜੀ ਬਾਕੀ ਜ਼ਰੂਰੀ ਸਾਜ਼ੋ ਸਮਾਨ ਹੈ ਉਹਦੀਆਂ ਕੀਮਤਾਂ ਵੀ ਜਿਹੜੀਆਂ ਵੱਧ ਜਾਂਦੀਆਂ, ਚੌਥੇ ਸਮਾਨ ਤੇ ਜਿਹੜੀਆਂ। ਫਿਰ ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਸੁਤੰਤਰਤਾ ਨੂੰ ਕਾਇਮ ਰੱਖਣ ਦਾ ਵਿਸ਼ੇਸ਼ ਉਪਾਅ ਕਰਨਾ। ਠੀਕ ਹੈ ਜੀ। ਫਿਰ ਜੰਮੂ ਕਸ਼ਮੀਰ ਦੀ ਸਮੱਸਿਆ ਸੰਵਿਧਾਨ ਦੀ ਧਾਰਾ 370 ਅਨੁਸਾਰ ਰਾਜਨੀਤਿਕ ਹੱਲ ਕਰਨਾ। ਸੋ ਇਹ ਪਾਰਟੀ ਇਸ ਉੱਤੇ 370 ਉੱਤੇ ਜਿਹੜੀ ਖੱਬੇ ਪੱਖੀ ਪਾਰਟੀਆਂ ਹੈ ਅਤੇ ਕਾਂਗਰਸ ਹੈ ਜਾਂ ਹੋਰ ਕੁਝ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈ, ਜਦੋਂ ਮੋਦੀ दूसरी बारी प्रधानमंत्री बने उसने धारा 370 को ਦਿੱਤੀ। बीजेपी का 370 उत्ते या कश्मीर समस्या उत्ते इन्हां पार्टियां नालों जिहड़ा है वक्रा स्टैंड हैगा। वो ये नहीं मानते कि जब जी बीजेपी है वो ये कहती है कि जब जम्मू कश्मीर भारत का अभिन्न अंग हैगा तो फिर 370 की लोड़ नहीं, उन्होंने भी बाकी स्टेट की तरह है बराबर के रूप में दर्जा दिता जाना चाहिए। 5 अगस्त 2020 जिहड़ा सीगा वो धारा 370 ਨੂੰ ਜਿਹੜਾ ਸੀਗਾ कश्मीर के धारा 370 ਅਤੇ ਜਿਹੜਾ 35 AC ਲੈ ਕੇ ਆਇਆ ਸੀ। पर ये पार्टियां ਜਿਹੜੀਆਂ ਹੈਗੀਆਂ ਇਸ ਗੱਲ ਦੇ ਫੇਵਰ ਦੇ ਵਿੱਚ ਨਹੀਂ ਸੀ। ਇਹਨਾਂ ਪਾਰਟੀਆਂ ਨੇ ਦੂਸਰੇ ਨੇ ਵੀ ਵਿਰੋਧ ਕੀਤਾ ਸੀ, ਹੁਣ ਵੀ ਵਿਰੋਧ ਕਰ ਰਹੀਆਂ। ਸੋ ਇਸ ਕਰਕੇ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਜਾਂ ਇਹ ਪਾਰਟੀ ਜਿਹੜੀ ਹੈਗੀ ਹੈ ਉਹ 370 ਨੂੰ ਬਹਾਲ ਕਰਨ ਦੇ ਫੇਵਰ ਦੇ ਵਿੱਚ ਹੈ। ਇਸ ਵੇਲੇ ਅਗਰ ਜੰਮੂ ਕਸ਼ਮੀਰ ਨੂੰ ਲੈ ਕੇ ਆਪਾਂ ਉਹਦੀ ਸਥਿਤੀ ਦੇਖੀਏ ਤੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਤੋਂ ਇੱਕ ਯੂਨੀਅਨ ਟੈਰੀਟਰੀ ਦੇ ਵਿੱਚ ਜਿਹੜਾ ਹੈ ਤਬਦੀਲ कर दिता गया। लद्दाख को एक वक्री यूनियन टैरेटरी बनाया गया है ਅਤੇ जम्मू कश्मीर ਨੂੰ एक अलग यूनियन टैरेटरी बनाया गया। ये सारी व्यवस्था ਨੂੰ ਬਹਾਲ ਕਰਨ ਦੀ ਦੇ ਵਿੱਚ ਇਹ ਕਾਰਨ ਨਾਗਰਿਕਤਾ ਸੋਧ ਬਿੱਲ ਦਾ ਖਾਤਮਾ ਕਰਨਾ ਅਤੇ ਉੱਤਰ ਪੂਰਬੀ ਵਿਕਾਸ ਲਈ ਮਹੱਤਵਪੂਰਨ ਖੇਤਰ ਘੋਸ਼ਿਤ ਕਰਨਾ। ਇਹ ਕਹਿੰਦੇ ਕਿ ਜਿਹੜਾ ਨਾਰਥ ਈਸਟ ਇਲਾਕਾ ਹੈ, ਮਿਜ਼ੋਰਮ ਹੋ ਗਿਆ, ਅਸਾਮ ਹੋ ਗਿਆ, ਮੇਘਾਲਿਆ ਹੋ ਗਿਆ, ਤ੍ਰਿਪੁਰਾ ਹੋ ਗਿਆ, ਇਹ ਸਾਰੀ ਜਿਹੜੀ ਬੈਲਟ ਹੈ ਇਹਨੂੰ ਅਸੀਂ ਨਾਰਥ ਈਸਟ ਕਹਿੰਦੇ। ਸੋ ਨਾਰਥ ਈਸਟ ਨੂੰ ਇਹ ਕਹਿੰਦੇ ਕਿ ਸਪੈਸ਼ਲ ਇਲਾਕਾ ਜਿਹੜਾ ਹੈ ਘੋਸ਼ਿਤ ਕੀਤਾ ਜਾਵੇ ਔਰ ਉਹਦੇ ਵਿਕਾਸ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਦਿੱਤਾ ਜਾਵੇ, ਕਿਉਂਕਿ ਉਹਦੇ ਨਾਲ ਚੀਨ ਦਾ ਬਾਰਡਰ ਲੱਗਦਾ ਹੈ ਤੇ ਚੀਨ ਵਾਲੇ ਜਿਹੜੇ ਹੈ ਆਪਣੇ ਬਾਰਡਰ ਦੇ ਵਿੱਚ ਉਹਨਾਂ ਇਲਾਕਿਆਂ ਨਾਲ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੇ, ਸੜਕਾਂ ਬਣਾ ਰਹੇ, ਹੋਰ ਕਈ ਕੁਝ ਕਰ ਰਹੇ ਹੈ। ਸੋ ਭਾਰਤ ਨੇ ਵੀ ਉਸ ਵੱਲ ਜਦੋਂ ਦੀ ਇਹ ਸਰਕਾਰ ਬਣੀ ਹੈ 2014 में तो बीजेपी ने काफ़ी उस खेत्र पर ध्यान देने की कोशिश जी कर रही है। सो ये पार्टी कहती कि उन्हें विशेष क्षेत्र घोषित किया जाए और नागरिकता संशोधन बिल जिहड़ा सरकार ने जो बीजेपी की सरकार दूसरी बारी बनी तो इन्हें सिटीजन अमेंडमेंट एक्ट जिहड़ा पास वो फेवर के नहीं ਤੇ ਕਿਸਾਨਾਂ ਅਤੇ ਖੇਤੀ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਵਿਸ਼ੇਸ਼ ਉਪਰਾਲੇ। ਸੋ ਮਤਲਬ ਐਗਰੀਕਲਚਰ ਸੈਕਟਰ ਦੇ ਵਿੱਚ ਰਿਫਾਰਮ ਦੀ ਗੱਲ ਜਿਹੜੀ ਹੈ ਅਸੀਂ ਕਰਦੇ ਹਾਂ। ਤੇ ਦੇਸ਼ ਵਿੱਚ ਖੇਡਾਂ ਦੇ ਵਿਕਾਸ ਲਈ ਯਤਨ ਕਰਨਾ। ਦੇਸ਼ ਵਿੱਚ ਜਿਹੜਾ ਖੇਡ ਹੈ ਖੇਡ ਖੇਡ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਸੁਧਾਰਨ ਦੇ ਹੱਕ ਦੇ ਵਿੱਚ ਜਿਹੜਾ ਹੈ। फिर मनरेगा के अंतर्गत 200 दिनों तक वो CPI भी ये कहती थी कि मनरेगा के घट तो घट जो है 200 दिनों जी इंप्लॉयमेंट है रखी जाए। ठीक है जी। फिर वर्तमान सुरक्षा सुरक्षा जल स्रोतों की सुरक्षा के विशेष उपराले करना।
ਮੀ- ਮੰਡੀਆਂ ਦੀ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣਾ। ਠੀਕ ਹੈ, ਇਹ ਹੁਣ ਅਗਰ ਇਸ ਪਾਰਟੀ ਦੀ ਆਪਾਂ ਪਰਫਾਰਮੈਂਸ ਦੇਖੀਏ ਤੇ 1996 ਦੇ ਵਿੱਚ ਇਸ ਪਾਰਟੀ ਦੀ ਜਿਹੜਾ ਸੀਗਾ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣ ਗਈ 13 ਦਿਨਾਂ ਬਾਅਦ, ਉਦੋਂ ਇਹਨਾਂ ਨੇ ਇੱਕ ਯੂਨਾਈਟਿਡ ਫਰੰਟ ਨਾਂ ਦਾ ਮੋਰਚਾ ਬਣਾਇਆ, ਜਿਹਦੇ ਵਿੱਚ ਜਿਹੜਾ ਸੀਗਾ ਉਸ ਵੇਲੇ ਇਸ ਪਾਰਟੀ ਨੂੰ ਇਹ ਆਫਰ ਵੀ ਦਿੱਤੀ ਗਈ ਸੀ ਕਿ ਤੁਸੀਂ ਆਪਣਾ ਅਗਰ ਪ੍ਰਧਾਨ ਮੰਤਰੀ ਬਣਾਉਣਾ ਹੈ ਤਾਂ ਉਹ ਬਣਾ ਸਕਦੇ ਹੋ। ਠੀਕ ਹੈ ਜੀ, ਪਰ ਇਹਨਾਂ ਨੇ ਰਿਫਿਊਜ਼ ਕਰ ਦਿੱਤਾ। ਫਿਰ ਇਹਨਾਂ ਨੇ ਕਾਂਗਰਸ ਨਾਲ ਮਿਲ ਕੇ ਜਿਹੜੀ ਸੀ ਇੱਕ ਗਠਬੰਧਨ ਸਰਕਾਰ ਸੀ 1996 ਦੇ ਵਿੱਚ ਬਣਾਈ ਸੀ, ਜੋ ਕਿ 1.5 ਸਾਲ ਬਾਅਦ ਮਿਲ ਕੇ ਉਸ ਤੋਂ ਬਾਅਦ 1998 ਦੇ ਵਿੱਚ ਦੁਬਾਰਾ ਅਗਰ 1996 ਦੀ ਗੱਲ ਕਰੀਏ ਆਪਾਂ, ਤੇ 1996 ਦੇ ਵਿੱਚ ਇਸ ਪਾਰਟੀ ਨੂੰ ਜਿਹੜੀਆਂ 32 ਸੀਟਾਂ ਮਿਲੀਆਂ, 32 ਸੀਟਾਂ ਮਿਲੀਆਂ। ਉਸ ਵੇਲੇ ਕਾਂਗਰਸ ਨੂੰ 100 ਤੋਂ ਉੱਪਰ ਜਿਹੜੀਆਂ ਸੀਟਾਂ ਮਿਲੀਆਂ, 145 ਦੇ ਕਰੀਬ ਕਾਂਗਰਸ ਨੂੰ ਸੀਟਾਂ ਮਿਲੀਆਂ ਸੀ। ਮੈਂ ਦੇਖ ਕੇ ਤੁਹਾਨੂੰ ਦੱਸਦਾ ਹਾਂ ਕਿ ਕਾਂਗਰਸ ਨੂੰ ਉਸ ਵੇਲੇ ਕਿੰਨੀਆਂ ਸੀਟਾਂ ਮਿਲੀਆਂ ਸੀ 1996 ਦੇ ਵਿੱਚ। ਹਾਂਜੀ, 1996 ਦੇ ਵਿੱਚ ਕਾਂਗਰਸ ਨੂੰ 142 ਸੀਟਾਂ ਮਿਲੀਆਂ। ਸੋ ਬੀਜੇਪੀ ਤੋਂ ਬਾਅਦ ਸੈਕਿੰਡ ਲਾਰਜੈਸਟ ਜਿਹੜੀ ਪਾਰਟੀ ਸੀ, ਉਹਦੇ ਨਾਲ ਮਿਲ ਕੇ ਮਾਰਕਸਵਾਦੀ ਪਾਰਟੀ ਨੇ ਆਪਣੀ ਸਰਕਾਰ ਜਿਹੜੀ ਸੀ ਉਹਦਾ ਗਠਨ ਕੀਤਾ। ਹੁਣ ਅਗਰ ਇਹਦੇ ਆਪਾਂ ਪਰਫਾਰਮੈਂਸ ਦੀ ਜਿਹੜਾ ਹੈਗਾ ਉਹ ਗੱਲ ਕਰੀਏ, ਇੱਕ ਮਿੰਟ, ਤਾਂ ਇਹਨੇ ਜਿਹੜਾ ਹੈਗਾ 2 ਵਾਰੀ ਕੇਂਦਰ ਦੇ ਵਿੱਚ ਮਿਲੀ ਜੁਲੀ ਸਰਕਾਰ ਦਾ ਸਮਰਥਨ ਕੀਤਾ। ਇੱਕ ਵਾਰੀ 1989 ਦੇ ਵਿੱਚ, ਇੱਕ ਵਾਰੀ 1996 ਦੇ ਵਿੱਚ। ਠੀਕ ਹੈ ਜੀ, ਅਦਰਵਾਈਜ਼ ਜਿਹੜੀ ਇਹ ਪਾਰਟੀ ਹੈ ਇਹਨੇ ਕਈ ਵਾਰੀ ਮੁੱਖ ਵਿਰੋਧੀ ਦਾ ਦੀ ਜਿਹੜੀ ਭੂਮਿਕਾ ਹੈ ਉਹ ਵੀ ਨਿਭਾਈ ਹੈ ਲੋਕ ਸਭਾ ਦੇ ਵਿੱਚ। ਜਦੋਂ ਕਾਂਗਰਸ ਆਪਣੀ ਚਰਮ ਸੀਮਾ ਤੇ ਸੀ, ਜਦੋਂ ਕੋਈ ਬੀਜੇਪੀ ਦੇ ਹੁੰਦੇ ਸੀ, ਉਸ ਵੇਲੇ ਇਸ ਪਾਰਟੀ ਜਿਹੜਾ ਇਹ ਜਿਹੜੀ ਸਥਿਤੀ ਹੈ ਸੋ ਇਹਦੇ ਨਾਲ ਅਗਰ ਅਸੀਂ ਗੱਲ ਕਰੀਏ ਇਹਦੀ ਪੋਪੂਲੈਰਿਟੀ ਦੀ, ਤਾਂ ਇਹਦੀ ਪੋਪੂਲੈਰਿਟੀ ਜਿਹੜੀ ਹੈ ਦਿਨੋਂ ਦਿਨ ਘਟ ਰਹੀ ਹੈ ਉਹਨਾਂ ਨੂੰ। ਜੇ ਪਿਛਲੇ ਦੋ ਲੋਕ ਸਭਾ ਇਲੈਕਸ਼ਨ ਅਸੀਂ ਦੇਖੀਏ 2014 ਦਾ ਤੇ 2019 ਦਾ, ਤਾਂ ਇੱਕ ਦੇ ਵਿੱਚ ਇਹਨਾਂ ਨੂੰ 4 ਤੋਂ 5 ਸੀਟਾਂ ਮਿਲੀਆਂ, ਦੂਸਰੇ ਦੇ ਵਿੱਚ ਇਹਨਾਂ ਨੂੰ 19 ਦੇ ਵਿੱਚ 3 ਸੀਟਾਂ। ਤੇ ਜੇ ਰੀਸੈਂਟ ਇਹਦੀ ਜਿਹੜੀ ਪਰਫਾਰਮੈਂਸ ਹੈ ਉਹ ਦੇਖੀਏ, ਠੀਕ ਹੈ ਜੀ, ਇਸ ਪਾਰਟੀ ਨੇ 32 ਸਾਲ ਤੱਕ ਜਿਹੜਾ ਹੈ ਵੈਸਟ ਬੰਗਾਲ ਦੇ ਵਿੱਚ ਆਪਣੀ ਸਰਕਾਰ ਜਿਹੜੀ ਹੈ ਉਹ ਚਲਾਈ। ਉਸ ਤੋਂ ਬਾਅਦ 2011 ਤੋਂ ਬਾਅਦ ਜਿਹੜਾ ਸੀਗਾ ਇਹ ਬੰਗਾਲ ਦੇ ਵਿੱਚ ਇਹਨੇ ਪ੍ਰਮੁੱਖ ਵਿਪਕਸ਼ੀ ਦਲ ਦੀ ਭੂਮਿਕਾ ਨਿਭਾਈ। ਜਿਹੜੇ ਹੁਣ ਪਿੱਛੇ ਇਲੈਕਸ਼ਨ ਹੋਏ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਸ ਪਾਰਟੀ ਨੂੰ ਇੱਕ ਵੀ ਸੀਟ ਬੰਗਾਲ ਦੇ ਵਿੱਚੋਂ ਨਹੀਂ ਮਿਲੀ। ਮੁੱਖ ਵਿਪਕਸ਼ੀ ਦਲ ਦੇ ਰੂਪ ਦੇ ਵਿੱਚ ਬੀਜੇਪੀ ਇੱਥੇ ਸਥਾਪਿਤ ਹੋਈ ਔਰ ਮਮਤਾ ਬੈਨਰਜੀ ਨੇ ਆਪਣੀ ਤੀਸਰੀ ਵਾਰੀ ਜਿਹੜੀ ਸੀ ਆਪਣੀ ਜਿਹੜੀ ਸਰਕਾਰ ਹੈ ਉਹਦਾ ਜਿਹੜਾ ਸੀਗਾ ਠੀਕ ਠੀਕ ਹੈ ਜੀ। ਹੁਣ ਹੁਣ ਤੱਕ ਇਸ ਪਾਰਟੀ ਦੇ ਜਿਹੜੇ
ਚੀਫ ਮਿਨਿਸਟਰਸ ਦੇ ਕੇਰਲਾ ਦੇ ਵਿੱਚ ਕਿਹੜੇ ਕਿਹੜੇ ਸੀ? ਈਐਮਐਸ ਨਮੂਦਰੀਪਾਲ। ਈਐਮਐਸ ਨਮੂਦਰੀਪਾਲ ਦਾ ਨਾਮ ਯਾਦ ਰੱਖੋ। ਇਹਨੇ 1964 ਦੇ ਵਿੱਚ ਜਦੋਂ ਇਹ ਪਾਰਟੀ ਸੀਪੀਆਈ ਨਾਲ ਅਲੱਗ ਹੋਈ ਸੀ, ਉਸ ਵੇਲੇ ਇੱਕ ਫਾਊਂਡਰ ਮੈਂਬਰ ਸੀ ਜਿਹੜੇ ਈਐਮਐਸ ਨਮੂਦਰੀਪਾਲ ਸੀ। ਇਹਨਾਂ ਦੀ ਸਰਕਾਰ ਕੇਰਲਾ ਦੇ ਵਿੱਚ 6 ਮਾਰਚ 1967 ਤੋਂ ਲੈ ਕੇ 1 ਨਵੰਬਰ 1969 ਤੱਕ ਰਹੀ। 2 ਸਾਲ ਤੇ 240 ਦਿਨ ਇਹਨਾਂ ਦੀ ਸਰਕਾਰ ਜਿਹੜੀ ਸੀ ਚੱਲੀ। ਅਗਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਈਕੇ ਨਈਅਰ, 25 जनवरी 1980 ਨੂੰ ਇਹ ਪਹਿਲੀ ਵਾਰ ਜਿਹੜੇ ਸੀਗੇ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਔਰ ਇਹ ਰਹੇ 20 ਅਕਤੂਬਰ 1981। ਹੁਣ ਇਸ ਤੁਸੀਂ ਸੋਚੋਗੇ ਇਸ ਤਰ੍ਹਾਂ ਕਿਉਂ ਸੀ? ਉਸ ਵੇਲੇ ਜਿਹੜੀ ਕਾਂਗਰਸ ਦੀ ਰਾਜਨੀਤੀ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਉਹ ਕਿਸੇ ਦੂਸਰੀ ਪਾਰਟੀ ਨੂੰ ਬਰਦਾਸ਼ਤ ਨਹੀਂ ਕਰਦੀ ਸੀ, ਜਾਂ ਦੂਸਰੀ ਪਾਰਟੀ ਨੂੰ राज्यों के पद्धर उत्ते भी राज करन नहीं दिंदी सी। और कई बार वो धारा 356 की वरतों करके जिहड़ा उन्होंने सरकारां नूं बर्खास्त जिहड़ा कर दिंदी सी। ठीक है जी। फिर एक नैयर जिहड़े सीगे वो 26 मार्च 1987 तो लैके 23 जून जिहड़े है 1991 तक इन्होंने जी है सरकार कर। फिर उस तो बाद एक 20 मई 1996 तो लैके 16 मई 2001 तक मुख्यमंत्री रहे। सो एक नैयर ने करनाटका उत्ते 10 साल तो 353 जरा राज। उस तो बाद वी.एस. अच्युतानंद ये तीसरे मुख्यमंत्री सीगे जिन्हां ने जिहड़ा सीगा केरला उत्ते राज किया। 18 मई 2006 तो लैके 17 मई 2011 4 साल तो 364 दिन इन्होंने राज। ठीक है जी। हुण पिनरई विजयन 25 मई 2016 में जिहड़ा सीगा ये पहली बारी मुख्यमंत्री बने। ठीक है जी। और 19 मई 2021 तक ये मुख्यमंत्री रहे। ठीक है। 21 जो इलैक्शन हुए दोबारा इलैक्ट होकर आ गए हैं, दूसरी टर्म इन्होंने मिल गई है। सो केरला के LDF की सरकार बनी है। LDF है लेफ्ट डेमोक्रेटिक फ्रंट। अच्छा जी। हम त्रिपुरा की आप गल कर लो 5 जनवरी 1978 तो लैके 4 फरवरी 1982 तक निर्बल चक्रवर्ती। फिर 5 फरवरी 1983 तो लैके 5 फरवरी 1980 तक 10 साल से 31 दिन इन्होंने राज किया। फिर दशरथ देव फिर 10 अप्रैल 1993 तो लैके 11 मार्च 1991 तक इन्होंने राज किया। 4 साल तो 335 दिन। ठीक है। उस तो बाद मानिक सरकार ने 20 साल तक त्रिपुरा उत्ते राज किया। मानिक सरकार भी जो पॉलिट ब्यूरो CPI का वो बहुत बड़े लीडर के विचों जिहड़ा सीगा इन्होंने राज 20 साल इन्होंने राज किया। 11 मार्च 1998 तो लैके 26 फरवरी 2003 तक। फिर 27 फरवरी 2003 तो लैके 23 फरवरी 2008 तक। फिर 24 फरवरी 2008 तो लैके 14 फरवरी 2013 तक। फिर 15 फरवरी 2013 तो लैके 8 फरवरी 2018। ठीक है। 20 साल लॉन्गेस्ट सर्विंग अगर कोई मुख्यमंत्री है अपनी CPI वालों सारिया स्टेटा तो अगर कढ़िए तो वो ज्योति बासु ने जोड़े कि वैस्ट बंगाल के 23 साल तो 127 दिन जिन्होंने राज किया। 21 जून 1977 तो लैके 23 मई 1982 तक। 24 मई 1982 तो लैके 29 मार्च 1987 तक। 30 मार्च 1987 तो लैके 18 जून 1991 तक। 19 जून 1991 तो लैके 15 मई 1996 तक। 16 मई 1996 तो लैके 5 नवंबर 2000 तक। 23 साल 127 दिन जोड़ा इन्होंने राज किया। उस तो बाद जोड़ा है बुद्धदेव भट्टाचार्य ये 10 साल से 188 दिन जोड़ा है। इसका मतलब वैस्ट बंगाल के जी CPI M सी उन्हें 10 साल ते लगभग
364 दिन ਜਿਹੜਾ ਸੀਗਾ ਉੱਥੇ ਰਾਜ ਕੀਤਾ, ਮਤਲਬ ਤੁਸੀਂ ਕਹਿ ਲਓ 33 ਸਾਲਾਂ ਤੱਕ ਅਪਰੋਕਸੀਮੇਟਲੀ ਜਿਹੜਾ ਸੀਗਾ ਵੈਸਟ ਬੰਗਾਲ ਦੇ ਵਿੱਚ CPIM ਦੀ ਮਤਲਬ ਕਿ ਕਹਿ ਲਓ ਸਰਕਾਰ ਹੈ। ਤੇ ਅੱਜ ਦੀ ਡੇਟ ਦੇ ਵਿੱਚ ਦੇਖੀਏ ਤਾਂ 2 ਮਈ 2021 ਨੂੰ ਜਿਹੜੇ ਵੈਸਟ ਬੰਗਾਲ ਅਸੈਂਬਲੀ ਦੇ ਇਲੈਕਸ਼ਨ ਹੋਏ ਸੀ, ਉਹਦਾ ਜਦੋਂ ਰਿਜ਼ਲਟ ਆਇਆ ਉਹਦੇ ਵਿੱਚ CPIM ਨੂੰ ਇੱਕ ਵੀ ਸੀਟ ਨਹੀਂ ਮਿਲੀ। ਸੋ ਜਿਹੜੀ ਮਮਤਾ ਬੈਨਰਜੀ ਹੈ ਉਹਨੇ ਪੂਰੀ ਤਰ੍ਹਾਂ ਨਾਲ ਜਿਹੜਾ ਹੈ ਬੰਗਾਲ ਦੇ ਵਿੱਚੋਂ ਜਿਹੜੇ ਮਾਰਕਸਵਾਦੀ ਹੈ ਬਿਲਕੁਲ ਖਤਮ ਕਰ। ਇਹ ਨਹੀਂ ਕਿ ਦੁਬਾਰਾ ਕਾਮਬੈਕ ਨਹੀਂ ਹੋ ਸਕਦਾ, ਹੋ ਸਕਦਾ। ਠੀਕ ਹੈ ਜੀ। ਉਸ ਤੋਂ ਬਾਅਦ ਅੱਛਾ, ਇਸ ਪਾਰਟੀ ਦੇ ਵੀ ਅਗਰ ਆਪਾਂ ਗੱਲ ਕਰੀਏ ਤਾਂ ਕਈ ਸਪਲਿਟ ਹੋਏ। ਜਿੱਦਾਂ ਇਸ ਪਾਰਟੀ ਤੋਂ ਜਿਹੜੀਆਂ ਪਾਰਟੀਆਂ ਹੋਰ ਬਣੀਆਂ ਉਹ ਕਿਹੜੀਆਂ ਸੀ? ਕਮਿਊਨਿਸਟ ਪਾਰਟੀ ਆਫ ਇੰਡੀਆ, ਮਾਰਕਸਵਾਦੀ ਲੈਨਿਨਿਸਟ। ਇਹਨਾਂ ਤੁਹਾਨੂੰ ਤਾਂ ਕਰਕੇ ਦੱਸਦੇ ਹਾਂ, ਇਹਦੇ ਵਿੱਚੋਂ ਤੁਹਾਨੂੰ 2 ਨੰਬਰ ਦਾ ਕੁਐਸਚਨ ਆ ਸਕਦਾ। ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ, ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ, मार्क्सिस्ट कोऑर्डिनेशन कमेटी in झारखंड, जन पथया समीकर्षणा समिति in केरला, पार्टी ऑफ डेमोक्रेटिक सोशलिज्म in वेस्ट बंगाल, जन लोकतांत्रिक मोर्चा in त्रिपुरा, लोक संघर्ष मोर्चा in पंजाब। ठीक है। उड़ीसा कम्युनिस्ट पार्टी in उड़ीसा, कम्युनिस्ट पार्टी, कम्युनिस्ट मार्क्सिस्ट पार्टी इन केरला। ठीक है जी। अगर हुण इस पार्टी नैशनल पार्टी का दर्जा क्यों, क्योंकि इनू ਵੱਖ-ਵੱਖ स्टेटा के कुछ सीटां मिल जांदियां प्लस लोक सभा के सीटां मिल जांदियां और जिहड़ा इलैक्शन कमीशन द्वारा जिहड़ा क्राइटेरिया निश्चित है ਉਹਦੇ ਆਧਾਰ ਤੇ ਇਸ ਪਾਰਟੀ ਨੂੰ ਰਾਸ਼ਟਰੀ ਦਰਜਾ। ਹੁਣ 3 ਮੈਂਬਰ ਨੇ ਜੀ ਇਹਦੇ ਪ੍ਰੈਜ਼ੀਡੈਂਟ ਭਾਰਤੀ ਲੋਕ ਸਭਾ ਦੇ ਵਿੱਚ AMRF। ਇਹ ਕੇਰਲਾ ਦੇ ਵਿੱਚ ਇੱਕ ਲੋਕ ਸਭਾ ਖੇਤਰ ਹੈਗਾ ਅਲਫਾ ਊਜਾ, ਅਲਫਾ ਊਜਾ ਤੋਂ फिर PR नटराजन कोयम्बटूर तो, कोयम्बटूर हैगा तमिलनाडु उत्तों इलेक्टेड। फिर S वेंकटेशन ये मदुरई तो इलेक्टेड है तमिलनाडु। ठीक है जी। या राज्यसभा की गल करिए, राज्यसभा ਦੇ ਵਿੱਚ ਇਹਨਾਂ ਦੇ 6 ਮੈਂਬਰ केरला ਦੇ ਵਿੱਚ ਉਹ ਜਿੱਥੇ ਕਿਉਂਕਿ राज्यसभा ਦੇ ਜੋ ਮੈਂਬਰਾਂ ਦੀ ਨਿਯੁਕਤੀ ਦੀ ਗੱਲ ਕਰੀਏ ਉਹ ਉਹਨਾਂ ਦੇ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਉਹ ਰਾਜ ਸਭਾ ਦੇ ਮੈਂਬਰਾਂ ਨੂੰ ਚੁਣਦੇ। ਸੋ ਜਿਹੜੇ ਪਾਰਟੀ ਦੀ ਸਰਕਾਰ ਹੁੰਦੀ ਹੈ ਜਿਹੜੀ ਸਟੇਟ ਦੇ ਵਿੱਚ ਉਸ ਪਾਰਟੀ ਦੇ ਜ਼ਿਆਦਾ ਮੈਂਬਰ ਸਟੇਟ ਦੇ ਰਾਜ ਸਭਾ ਦੇ ਵਿੱਚ ਆਉਂਦੇ ਨੇ। ਇਹਨਾਂ ਦੇ ਮੈਂਬਰ ਜਿਹੜੇ ਆ ਸਾਰੇ ਦੇਖੋ ਤੁਸੀਂ ਅਗਰ ਦੇਖੋ ਤੇ ਆਪਣੀ ਸਕਰੀਨ ਤੇ ਦੇਖੋ ਕੇਰਲਾ ਦੇ ਵਿੱਚੋਂ 1 2 3 4 5 4 ਮੈਂਬਰ ਜਿਹੜੇ ਕੇਰਲਾ ਚੋਂ ਨੇ, ਇੱਕ ਤ੍ਰਿਪੁਰਾ ਦੇ ਵਿੱਚੋਂ ਹੈ, ਇੱਕ ਵੈਸਟ ਬੰਗਾਲ। ਸੋ केरला ਦੇ ਵਿੱਚੋਂ ਜਿਹੜਾ ਹੈ जॉन ब्रिटिशास, V शिवदासन, एलेमन करीम, K सोम प्रसाद, चरना दास, विशेष रंजन भट्टाचार्य, एक वैस्ट बंगाल। इस बार एक भी मेरा मेंबर वो नहीं। ਹੁਣ ਜੇ ਆਪਾਂ ਉਹ ਇਸ ਪਾਰਟੀ ਬਾਰੇ डिस्कशन करनी है या मैं दसना ਉਹਦੇ ਵਿੱਚ ਕੋਈ ਚੀਜ਼ ਨਹੀਂ ਰਹੇਗੀ। ਉਹ ਹੈ ਕਿ ਪ੍ਰੈਜ਼ੈਂਟਲੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਹੈ ਦੇਖੋ ਜੀ ਆ ਇੱਥੇ ਵੋਟ ਪਰਸੈਂਟੇਜ ਇਹਨਾਂ ਦੀ ਆ 21 ਦੇ ਵਿੱਚ ਇਲੈਕਸ਼ਨ ਹੋਏ ਅਸਾਮ, ਕੇਰਲਾ, ਤਮਿਲਨਾਡੂ, ਵੈਸਟ ਬੰਗਾਲ। ਠੀਕ ਹੈ ਜੀ। ਵੈਸਟ ਬੰਗਾਲ ਦੀ ਅਗਰ ਆਪਾਂ ਗੱਲ ਕਰੀਏ ਇਹਨਾਂ ਨੂੰ ਕੋਈ ਵੀ ਸੀਟ ਨਹੀਂ ਮਿਲੀ।
इन्होंने कांग्रेस के नाल मिलकर इलैक्शन लड़िया सी 136 सीटां उत्ते 294 जिहदे चों कोई सीट नहीं मिली। पिछली बारी इस पार्टी ਦੀਆਂ ਜਿਹੜੀਆਂ 26 सीटां ਸੀਗੀਆਂ सारियां सीटां ਇਹ लूज करके ਇਹਨਾਂ ਨੂੰ ਜਿਹੜਾ ਵੋਟ ਸ਼ੇਅਰ ਮਿਲਿਆ ਹੈ ਬੰਗਾਲ ਦੇ ਵਿੱਚ ਉਹ 15.0%। ਫਿਰ ਤਮਿਲਨਾਡੂ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਨੂੰ ਦੋ ਸੀਟਾਂ ਮਿਲੀਆਂ 234 ਨੂੰ। ठीक है जी। और वोट शेयर जो मिले है 0.84%। फिर जो केरला की गल करिए केरला क्योंकि LDF का पार्ट है LDF के सब नालों वड्डी पार्टी है इन्हों 140 तो 62 सीटां मिलियां इन्होंने 77 सीटां उत्ते जिहड़ा है हाँ 62 सीटां मिलियां इन्होंने 77 के विचों। ठीक है जी। बाकी जिहड़े इन्हां दे कॉन्स्टिट्यूएंट्स है जिद्दां CPI हो गई या विरोधी पार्टियां उन्होंने मिलकर उत्ते जिहड़ी है सरकार हुण अगर आसाम की गल करिए 126 सीटां दो सीटां उत्ते इन्होंने इलैक्शन लड़िया सी इन्हां दा उत्थे भी कांग्रेस के नाल समझौता सी जो जिहड़ियां छोटी छोटी पार्टियां हैं ਉਹਦੇ ਨਾਲ ਜਿਹੜਾ ਸੀਗਾ ਸਮਝੌਤਾ ਸੀਗਾ ਤਾਂ ਇਹਨਾਂ ਨੂੰ ਜਿਹੜਾ ਹੈ ਇੱਕ ਸੀਟ ਜਿਹੜੀ ਹੈ ਦੇ ਵਿੱਚ ਵਾਧਾ ਹੋਇਆ ਹੈ 0.29% ਜਿਹੜਾ ਹੈ ਇਹਨਾਂ ਨੂੰ ਵੋਟ percentage ਪਿਛਲੀ ਵਾਰੀ ਕੋਈ ਨਹੀਂ ਸੀਟ ਇਹਨਾਂ ਦੀ मतलब एक सीट जीती सी कुछ। ठीक है। उस तो बाद अगर असं लोक सभा इलैक्शन की गल करें पहला लोक सभा जो इलैक्शन है वो 1967 के लड़िया क्योंकि पार्टी जी 1964 के पहली लोक सभा के 19 सीटां मिलियां 59 सीट इन्होंने जो वोट परसेंटेज मिली टोटल जी वोटा मिली भारत के 6,24,522 4.28% वोट परसेंटेज। चौथी लोकसभा इलैक्शन 77 तो पंजी लोकसभा 518 सीटां इलैक्शन में 25 सीटां मिलियां 6 सीटां चुनाव हुआ। तो इस तरह जो है ये पार्टी अगर हम देखिए आप ठीक है अगर लोकसभा इलैक्शन की आप गल इंडिया लैवल पर गल कर पिछली लोकसभा के 1.4% 1.75। ठीक है जी। तो यदा मतलब इस पार्टी की जी पॉपुलैरिटी है तो इस ये अपना क्वेश्चन जो है खत्म होता है। मैं अज का लेक्चर भी खत्म करता। सो थैंक यू फॉर